ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ YouTube ਦੇ ਚੈਨਲ ਨੂੰ ਦੇਖਣ ਵਾਲੇ ਦੋਸਤਾਂ ਨੂੰ ਬੇਨਤੀ ਹੈ ਕਿ ਸਬਸਕ੍ਰਾਈਬ ਕਰਦੇ ਸਮੇਂ ਵੀਡੀਓ ਵੱਧ ਤੋਂ ਵੱਧ ਲੋਕਾਂ ਨਾਲ ਸਾਂਝੀ ਕਰੋ ਤਾਂ ਕਿ ਤੁਹਾਡੇ ਸਹਿਯੋਗ ਨਾਲ ਸਾਡਾ ਯਤਨ ਸਫਲ ਹੋ ਸਕੇ। ਧੰਨਵਾਦ। ਦੋਸਤੋ, ਅੱਜ ਦੇ ਨਵੇਂ ਵਿਸ਼ੇ ਨਾਲ ਫਿਰ ਤੋਂ ਤੁਹਾਡਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਮਾਰਕਸਵਾਦ ਦਾ ਇਤਿਹਾਸ ਬਾਰੇ ਕੀ ਵਿਗਿਆਨਕ ਨਜ਼ਰੀਆ ਹੈ ਉਸ ਬਾਰੇ ਵਿਚਾਰ ਚਰਚਾ ਕਰਨ ਤੋਂ ਪਹਿਲਾਂ ਪੰਜਾਬ ਦੇ ਇਤਿਹਾਸਕ ਪ੍ਰਸੰਗ ਨੂੰ ਕਿਵੇਂ ਪੇਸ਼ ਕੀਤਾ ਗਿਆ ਅਤੇ ਕੀਤਾ ਜਾ ਰਿਹਾ ਹੈ, ਇਸ 'ਤੇ ਇੱਕ ਸੰਖੇਪ ਝਾਤ ਪਾਵਾਂਗੇ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਸੂਰਜ ਪ੍ਰਕਾਸ਼ ਦੇ ਲਿਖਾਰੀ ਭਾਈ ਸੰਤੋਖ ਸਿੰਘ ਦੀਆਂ ਰਚਨਾਵਾਂ ਦੇ ਹਵਾਲੇ ਤਹਿਤ ਗੁਰੂ ਸਾਹਿਬਾਨ ਦੇ ਇਤਿਹਾਸ ਬਾਰੇ ਚਰਚਾ ਛਿੜੀ ਹੋਈ ਹੈ, ਜਿਹੜੀ ਕਿ ਇੱਕ ਧਿਆਨ ਮੰਗਦੀ ਹੈ। ਸੂਰਜ ਪ੍ਰਕਾਸ਼ ਜਾਂ ਇਸ ਤਰ੍ਹਾਂ ਦੇ ਹੋਰ ਰਵਾਇਤੀ ਗ੍ਰੰਥਾਂ ਨੂੰ ਪੁਜਾਰੀ ਲਾਣਾ, ਜਿਸ ਵਿੱਚ ਕਥਾਕਾਰ, ਰਾਗੀ ਢਾਡੀ ਅਤੇ ਹੋਰ ਇਹਨਾਂ ਦੀਆਂ ਸੰਗੀ ਸਾਥੀ ਸੰਸਥਾਵਾਂ ਦਾ ਇਹਨਾਂ ਗ੍ਰੰਥਾਂ ਨੂੰ ਇਤਿਹਾਸਕ ਸਰੋਤ ਵਜੋਂ ਸਥਾਪਿਤ ਕਰਨ ਦੇ ਉੱਤੇ ਜ਼ੋਰ ਲੱਗਾ ਹੋਇਆ ਹੈ। ਪੰਜਾਬੀਆਂ ਵਿੱਚ, ਖਾਸ ਕਰਕੇ ਸਿੱਖ ਭਾਈਚਾਰੇ ਵਿੱਚ, ਇਹ ਇੱਕ ਐਸੀ ਸ਼੍ਰੇਣੀ ਹੈ ਜਿਸ ਨੇ ਐਸੇ ਗ੍ਰੰਥਾਂ ਨੂੰ ਲੋਕਾਂ ਵਿੱਚ ਇਤਿਹਾਸਕ ਸਰੋਤ ਦੇ ਤੌਰ 'ਤੇ ਪ੍ਰਚਾਰ ਕੇ ਬਹੁਤ ਹੀ ਲੰਮੇ ਸਮੇਂ ਤੋਂ ਧੰਦਾ ਕੀਤਾ ਹੈ। ਇਸ ਦੀ ਬਦੌਲਤ ਹੀ ਸਾਡਾ ਸਿੱਖ ਭਾਈਚਾਰਾ ਮਾਨਸਿਕ ਤੌਰ 'ਤੇ ਨਿਘਾਰ ਦਾ ਸ਼ਿਕਾਰ ਹੋਇਆ। ਜਿੱਥੇ ਇਸ ਦਾ ਜ਼ਿੰਮੇਵਾਰ ਪੁਜਾਰੀ ਲਾਣਾ ਹੈ, ਉੱਥੇ ਸਾਨੂੰ ਲੱਗਦਾ ਹੈ ਕਿ ਇਸ ਦੇ ਭਾਈਵਾਲ ਕੱਚ ਘਰੜ ਇਤਿਹਾਸਕਾਰ ਭਾਈ ਸੰਤੋਖ ਸਿੰਘ, ਰਤਨ ਸਿੰਘ ਭੰਗੂ ਅਤੇ ਗਿਆਨੀ ਗਿਆਨ ਸਿੰਘ ਵਰਗੇ ਵੀ ਹਨ। ਅਜੋਕੇ ਸਮੇਂ ਦੇ ਵਿਦਵਾਨ ਇਤਿਹਾਸਕਾਰ ਵੀ ਇਸ ਜ਼ਿੰਮੇਵਾਰੀ ਤੋਂ ਕਿਸੇ ਵੀ ਪ੍ਰਕਾਰ ਮੁਕਤ ਨਹੀਂ ਹੋ ਸਕਦੇ। ਤਰਕਹੀਣ ਅਤੇ ਜਜ਼ਬਾਤੀ ਔਲਾਰ ਹੋ ਕੇ ਰਵਾਇਤੀ ਤਰੀਕੇ ਨਾਲ ਲਿਖੇ ਹੋਏ ਇਸ ਇਤਿਹਾਸ ਦਾ ਪਰਛਾਵਾਂ ਪੰਜਾਬੀ ਸਮਾਜਿਕ ਜੀਵਨ ਵਿੱਚ ਦੇਖਿਆ ਜਾ ਸਕਦਾ ਹੈ, ਵਿਸ਼ੇਸ਼ ਤੌਰ 'ਤੇ ਸਿੱਖਾਂ ਵਿੱਚ। ਇਸ ਨੂੰ ਸਮਝਣ ਵਾਸਤੇ ਇੱਕ ਹੀ ਉਦਾਹਰਣ ਉਚਿਤ ਹੋਵੇਗੀ, ਜਿਵੇਂ ਕਿ ਗੁਰੂ ਸਾਹਿਬਾਨ ਨੂੰ ਸਿਰਫ ਧਾਰਮਿਕ ਅਤੇ ਕਰਾਮਾਤੀ ਤੌਰ 'ਤੇ ਹੀ ਪ੍ਰਚਾਰਿਆ ਗਿਆ ਅਤੇ ਗੁਰੂ ਗ੍ਰੰਥ ਨੂੰ ਹਿੰਦੂ ਮਤ ਦੀ ਤਰਜ਼ 'ਤੇ ਪੂਜਿਆ ਵੀ ਜਾ ਰਿਹਾ ਹੈ। ਇਸ ਦੇ ਉਲਟ ਜਦੋਂ ਅਸੀਂ ਤਰਕ ਦੀ ਕਸਵੱਟੀ ਲਾ ਕੇ ਇਤਿਹਾਸ ਨੂੰ ਸਮਝਦੇ ਹਾਂ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬਾਨ ਉਸ ਸਮੇਂ ਦੇ ਉੱਚ ਕੋਟੀ ਦੇ ਆਗੂ ਸਨ ਅਤੇ ਉਹਨਾਂ ਦਾ ਏਜੰਡਾ ਰਾਜਨੀਤਿਕ ਅਤੇ ਸਮਾਜਿਕ ਸੀ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਲਹਿਰ ਦੇ ਸਿਧਾਂਤ ਨੂੰ ਕਾਵਿ ਰੂਪ ਵਿੱਚ ਇਸ ਕਰਕੇ ਦਰਜ ਕੀਤਾ ਤਾਂ ਕਿ ਆਉਣ ਵਾਲੀਆਂ ਨਸਲਾਂ ਵੀ ਇਸ ਤੋਂ ਸੇਧ ਲੈ ਸਕਣ। ਉੱਚੇ ਦਰਜੇ ਦੇ ਸਮਾਜ ਦੀ ਸਿਰਜਣਾ ਲਈ ਗੁਰੂ ਸਾਹਿਬਾਨ ਦੇ ਪਾਏ ਹੋਏ ਇਤਿਹਾਸਕ ਯੋਗਦਾਨ ਦਾ ਜੇਕਰ ਸਿੱਖ ਵਿਦਵਾਨਾਂ ਨੇ ਸਹੀ ਮੁਲਾਂਕਣ ਕੀਤਾ ਹੁੰਦਾ ਤਾਂ ਸਾਨੂੰ ਲੱਗਦਾ ਸ਼ਾਇਦ ਅੱਜ ਪੰਜਾਬੀ ਸਮਾਜ ਵੀ ਹੋਰ ਦੁਨੀਆ ਦੇ ਵਿਕਸਿਤ ਸਮਾਜਾਂ ਦਾ ਹਾਣੀ ਹੋ ਕੇ ਚੱਲਦਾ। ਇਹਨਾਂ ਵਿਦਵਾਨਾਂ ਅਤੇ ਇਤਿਹਾਸਕਾਰਾਂ ਨੇ ਲਗਭਗ 3 ਸਦੀਆਂ ਤੋਂ ਹਾਕਮ ਜਮਾਤ ਦੇ ਹੱਥ ਠੋਕੇ ਬਣ ਕੇ ਅਤੇ ਉਹਨਾਂ ਦੇ ਲੋਕ ਵਿਰੋਧੀ ਹਿੱਤਾਂ ਲਈ ਸਾਰੇ ਅਡੰਬਰ ਰਚੇ ਅਤੇ ਲਿਖਿਆ।
ਇਹ ਕੋਈ ਅਚੇਤ ਮਨ ਚੋਂ ਉਪਜਿਆ ਹੋਇਆ ਖਿਆਲ ਨਹੀਂ, ਬਲਕਿ ਇਹਨਾਂ ਵਿਦਵਾਨਾਂ ਇਤਿਹਾਸਕਾਰਾਂ ਦੀਆਂ ਲਿਖਤਾਂ ਗਵਾਹੀ ਭਰਦੀਆਂ ਹਨ। ਇਹਨਾਂ ਨੇ ਆਪਣੀਆਂ ਬੇਤੁਕੀਆਂ ਲਿਖਤਾਂ ਵਿੱਚ ਗੁਰੂ ਸਾਹਿਬਾਨ ਅਤੇ ਭਾਈ ਬੰਦਾ ਸਿੰਘ ਬਹਾਦਰ ਦੇ ਅਕਸ ਨੂੰ ਵਿਗਾੜਨ ਦੀ ਕੋਈ ਵੀ ਕਸਰ ਬਾਕੀ ਨਹੀਂ ਛੱਡੀ, ਤੇ ਨਾ ਹੀ ਇਹ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਇਹਨਾਂ ਦੀਆਂ ਰਚਨਾਵਾਂ ਕੋਈ ਮੇਲ ਖਾਂਦੀਆਂ ਹਨ। ਐਸੇ ਵਿਦਵਾਨਾਂ ਅਤੇ ਇਤਿਹਾਸਕਾਰਾਂ ਕੋਲ ਉਹ ਨਜ਼ਰੀਆ ਨਹੀਂ ਜਿਸ ਨਾਲ ਇਹ ਉਸ ਵੇਲੇ ਦੇ ਸਮੁੱਚੇ ਸਮਾਜ 'ਤੇ ਨਜ਼ਰ ਮਾਰਦੇ ਹੋਏ ਅਤੇ ਸਿੱਖ ਲਹਿਰ ਦੇ ਕ੍ਰਾਂਤੀਕਾਰੀ ਦੌਰ ਦਾ ਲੇਖਾ ਜੋਖਾ ਕਰ ਸਕਦੇ। ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਗੁਰਦੁਆਰਿਆਂ ਦੇ ਕਿਤਾਬਖਾਨਿਆਂ ਵਿੱਚ ਇਸ ਤਰ੍ਹਾਂ ਦੇ ਵਿਦਵਾਨਾਂ ਅਤੇ ਇਤਿਹਾਸਕਾਰਾਂ ਦੀਆਂ ਕਿਤਾਬਾਂ ਅਤੇ ਗ੍ਰੰਥਾਂ ਦੇ ਰੂਪ 'ਚ ਲਿਖਤਾਂ ਪਈਆਂ ਮਿਲ ਸਕਦੀਆਂ ਹਨ, ਜਿਨ੍ਹਾਂ ਵਿੱਚ ਬਹੁਤੀਆਂ ਕਿਤਾਬਾਂ ਗੁਰਦੁਆਰਾ ਪ੍ਰਬੰਧਕ ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਹੇਠ ਛਪੀਆਂ ਹੋਈਆਂ ਵੀ ਮਿਲਣਗੀਆਂ। ਇੱਥੇ ਇਹ ਕਹਿਣਾ ਕੁਥਾ ਨਹੀਂ ਹੋਵੇਗਾ ਕਿ ਸਾਡੇ ਸਮਾਜ ਵਿੱਚ ਜਿਹੜੀ ਵੀ ਪੁਸਤਕ ਗ੍ਰੰਥ ਦਾ ਦਰਜਾ ਮਿਲ ਜਾਂਦਾ ਹੈ, ਜਿਹੜੀ ਵੀ ਪੁਸਤਕ ਨੂੰ ਗ੍ਰੰਥ ਦਾ ਦਰਜਾ ਮਿਲ ਜਾਂਦਾ ਹੈ ਅਤੇ ਉਸ ਨਾਲ ਆਪਣੇ ਆਪ ਪਵਿੱਤਰਤਾ ਅਤੇ ਪੂਜਾ ਦਾ ਸੰਕਲਪ ਵੀ ਜੁੜ ਜਾਂਦਾ ਹੈ। ਸ਼ਬਦ ਦੀ ਗ੍ਰੰਥਾਂ ਦੇ ਰੂਪ 'ਚ ਪੂਜਾ ਕਰਵਾ ਕੇ ਮਨੁੱਖੀ ਦਿਮਾਗ ਦੇ ਵਿਕਾਸ ਨੂੰ ਬੰਨ੍ਹ ਮਾਰ ਕੇ ਅੰਨੀ ਸ਼ਰਧਾ ਦੇ ਰਾਹ ਪਾਉਣਾ ਬਹੁਤ ਹੀ ਆਸਾਨ ਹੈ। ਪੰਜਾਬ ਦੇ ਇਤਿਹਾਸਿਕ ਵਿਰਸੇ ਨੂੰ ਸਿੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਨੇ ਕਿਹੜੇ ਦ੍ਰਿਸ਼ਟੀਕੋਣ ਤੋਂ ਲਿਖਿਆ ਅਤੇ ਪੇਸ਼ ਕੀਤਾ। ਇਹਨਾਂ ਦੇ ਇਸ ਰਵਾਇਤੀ ਢੰਗ ਨੂੰ ਹੋਰ ਸਪਸ਼ਟ ਰੂਪ ਵਿੱਚ ਸਮਝਣ ਲਈ ਮਾਰਕਸਵਾਦ ਮਨੁੱਖੀ ਇਤਿਹਾਸ ਵਾਸਤੇ ਕਿਸ ਤਰ੍ਹਾਂ ਦੀ ਪਹੁੰਚ ਅਪਣਾਉਂਦਾ ਹੈ, ਹੁਣ ਅਸੀਂ ਇਸ 'ਤੇ ਗੱਲਬਾਤ ਸ਼ੁਰੂ ਕਰਦੇ ਹਾਂ। ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਆਮ ਤੌਰ 'ਤੇ ਮਨੁੱਖੀ ਇਤਿਹਾਸ ਨੂੰ ਅਕਸਰ ਕੌਮਾਂ ਦੀਆਂ ਆਪਸੀ ਲੜਾਈਆਂ ਜਾਂ ਰਜਵਾੜਿਆਂ, ਫੌਜਾਂ ਦੇ ਜਰਨੈਲਾਂ ਦੇ ਕਾਰਨਾਮਿਆਂ ਤੱਕ ਹੀ ਸੀਮਤ ਕਰ ਦਿੱਤਾ ਜਾਂਦਾ ਹੈ। ਇਹਨਾਂ ਜਾਂ ਸਿਆਸਤਦਾਨਾਂ ਵੱਲੋਂ ਕੀਤੇ ਜ਼ੁਲਮ ਅਤੇ ਸ਼ੋਸ਼ਣ ਦੇ ਆਧਾਰ ਤੇ ਹੀ ਪੇਸ਼ ਕੀਤਾ ਜਾਂਦਾ ਰਿਹਾ ਹੈ। ਇਹਨਾਂ ਦੇ ਕਾਰਨਾਮਿਆਂ ਸੰਬੰਧੀ ਇਕੱਤਰ ਕੀਤੇ ਦਸਤਾਵੇਜ਼ਾਂ ਨੂੰ ਇਤਿਹਾਸਕਾਰ ਇਤਿਹਾਸ ਦੇ ਰੂਪ 'ਚ ਪੇਸ਼ ਕਰਦੇ ਰਹੇ ਹਨ। ਬਹੁਤ ਵਾਰੀ ਇਹਨਾਂ ਵਿਅਕਤੀਆਂ ਦੇ ਮਕਸਦਾਂ ਨੂੰ ਪੂਰੀ ਤਰ੍ਹਾਂ ਨਿੱਜੀ ਰੂਪ ਵਿੱਚ ਇਤਿਹਾਸਕ ਮੰਚ 'ਤੇ ਦਿਖਾਇਆ ਜਾਂਦਾ ਹੈ, ਜਿਵੇਂ ਕਿ ਇਹਨਾਂ ਦੀ ਇੱਛਾ ਕਿਸੇ ਇਲਾਕੇ ਦੀ ਜਿੱਤ ਵਾਸਤੇ ਨੈਤਿਕ ਜਾਂ ਅਨੈਤਿਕ ਦਿੱਖ ਵਾਲੀਆਂ ਕੁਝ ਖਾਸ ਨੀਤੀਆਂ ਅਪਣਾਏ ਜਾਣ ਕਾਰਨ ਰਾਹ ਦਸੇਰਾ ਬਣੀ। ਇਹ ਕਈ ਵਾਰੀ ਧਾਰਮਿਕ ਉਦੇਸ਼ਾਂ ਜਾਂ ਦੇਸ਼ ਦੇ ਮਾਨ ਸਨਮਾਨ ਦੀ ਖਾਤਰ ਕੁਝ ਕਰਦੇ ਵੀ ਕਈ ਵਾਰ ਦਰਸਾਏ ਜਾਂਦੇ ਹਨ। ਪਰ ਮਾਰਕਸਵਾਦ ਇਸ ਤਰ੍ਹਾਂ ਦੀ ਇਤਿਹਾਸਕ ਪਹੁੰਚ ਤੋਂ ਸੰਤੁਸ਼ਟ ਨਹੀਂ ਹੁੰਦਾ। ਅਸਲ ਵਿੱਚ ਵਿਚਾਰਯੋਗ ਨੁਕਤਾ ਇਹ ਹੈ ਕਿ ਮਾਰਕਸਵਾਦ ਇਸ ਵਿਚਾਰ ਦਾ ਹਾਮੀ ਹੈ ਕਿ ਇਤਿਹਾਸ ਨੂੰ ਵਿਗਿਆਨਕ ਵਿਸ਼ੇ ਦੇ ਤੌਰ 'ਤੇ ਲੋਕਾਂ ਦੇ ਸਨਮੁਖ ਹੋਣਾ ਚਾਹੀਦਾ ਹੈ। ਮਾਰਕਸਵਾਦ 1640 ਦੀ ਅੰਗਰੇਜ਼ੀ ਕ੍ਰਾਂਤੀ ਦੀ ਅਗਵਾਈ ਕਰਨ ਵਾਲੇ ਕ੍ਰੋਮਵੈਲ ਨੂੰ ਇਸ ਕਰਕੇ ਸਤਿਕਾਰ ਦਿੰਦਾ ਹੈ ਕਿਉਂਕਿ ਇਸ ਮੁਹਿੰਮ ਨੇ ਜਗੀਰੂਵਾਦ ਦੀਆਂ ਅੜਚਨਾਂ ਨੂੰ ਤੋੜਿਆ ਅਤੇ ਇੰਗਲੈਂਡ ਵਿੱਚ ਪੂੰਜੀਵਾਦ ਦੇ ਵਿਕਾਸ ਲਈ ਰਸਤੇ ਖੋਲ੍ਹੇ।
ਇੱਥੇ ਉਸ ਦੀਆਂ ਲੜਾਈਆਂ ਦੇ ਦਸਤਾਵੇਜ਼, ਉਸ ਦੀ ਧਾਰਮਿਕ ਦਿੱਖ ਅਤੇ ਅੰਦਰੂਨੀ ਬਣਤਰਾਂ ਅਹਿਮ ਨਹੀਂ ਹਨ, ਪਰ ਇਹ ਅਧਿਐਨ ਕਰਨਾ ਅਹਿਮੀਅਤ ਰੱਖਦਾ ਹੈ ਕਿ ਇੰਗਲੈਂਡ ਦੇ ਵਿਕਾਸ ਅਤੇ ਪੈਦਾਵਾਰ ਤੇ ਉਸ ਦੀ ਵੰਡ ਵਿੱਚ ਕ੍ਰੋਮਵੈਲ ਦਾ ਕੀ ਸਥਾਨ ਬਣਦਾ ਹੈ। ਇਹ ਸਮਝਣ ਦੇ ਨਾਲ ਨਾਲ ਕਿ ਬਾਅਦ ਵਿੱਚ ਬਰਤਾਨੀਆ ਵਿੱਚ ਜਗੀਰੂ ਬਾਦਸ਼ਾਹੀ ਦੇ ਖਿਲਾਫ ਅੰਦੋਲਨ ਕਿਉਂ ਉੱਠੇ, ਉਸ ਵੇਲੇ ਆਈਆਂ ਤਬਦੀਲੀਆਂ ਦਾ ਅਧਿਐਨ ਵੀ ਬਹੁਤ ਅਹਿਮ ਹੈ। ਜੋ ਇਹ ਸਮਝਣ ਦੇ ਨਾਲ ਨਾਲ ਕਿ ਬਾਅਦ ਵਿੱਚ ਬਰਤਾਨੀਆ ਵਿੱਚ ਜਗੀਰੂ ਬਾਦਸ਼ਾਹੀ ਦੇ ਖਿਲਾਫ ਅੰਦੋਲਨ ਕਿਉਂ ਉੱਠਿਆ, ਉਸ ਵੇਲੇ ਆਈਆਂ ਤਬਦੀਲੀਆਂ ਨੂੰ ਸਮਝਣਾ ਵੀ ਬਹੁਤ ਅਹਿਮ ਹੈ, ਜੋ ਕਿ ਇਤਿਹਾਸ ਦੀ ਵਿਗਿਆਨਕ ਪਹੁੰਚ ਦੇ ਤੌਰ 'ਤੇ ਬੁਨਿਆਦ ਹਨ। ਅਜਿਹੀ ਪਹੁੰਚ ਜੋ ਸਮੁੱਚੇ ਸਮਾਜ ਦੇ ਲੋਕਾਂ 'ਤੇ ਨਜ਼ਰ ਮਾਰਦੇ ਹੋਏ ਅਤੇ ਉਹਨਾਂ ਦੇ ਸਮਿਆਂ ਨੂੰ ਲੈ ਕੇ ਉਸ ਤੋਂ ਗਿਆਨ ਹਾਸਲ ਕੀਤਾ ਜਾਵੇ, ਇਸ ਗਿਆਨ ਨੂੰ ਵਰਤ ਕੇ ਸਮਾਜਿਕ ਵਿਕਾਸ ਦੇ ਨਿਯਮਾਂ ਅਤੇ ਉਸ ਦੇ ਸਿਧਾਂਤਾਂ ਦੀ ਰੂਪ ਰੇਖਾ ਖਿੱਚਣੀ ਸੰਭਵ ਹੈ। ਜਦੋਂ ਇਹਨਾਂ ਨਿਯਮਾਂ ਦੀ ਇੱਕ ਵਾਰ ਪਛਾਣ ਹੋ ਜਾਵੇ ਤਾਂ ਅਸੀਂ ਇਹਨਾਂ ਨੂੰ ਬਿਲਕੁਲ ਵਿਗਿਆਨਕ ਨਿਯਮਾਂ ਦੀ ਤਰ੍ਹਾਂ ਵਰਤ ਸਕਦੇ ਹਾਂ। ਇਸ ਤਰ੍ਹਾਂ ਮਾਰਕਸਵਾਦ ਇਤਿਹਾਸ ਦੀ ਸਮਝ ਲਈ ਰਵਾਇਤੀ ਤਰੀਕਾ ਨਹੀਂ ਅਪਣਾਉਂਦਾ, ਬਲਕਿ ਕੁੱਲ ਮਨੁੱਖੀ ਇਤਿਹਾਸ ਵਿਚਲੇ ਕੁਦਰਤੀ ਨਿਯਮਾਂ ਜਾਂ ਸਿਧਾਂਤਾਂ ਦੀ ਪੈੜ ਨੱਪਦੇ ਹੋਏ ਇਹ ਵਿਅਕਤੀਆਂ ਉੱਪਰ ਨਹੀਂ, ਸਗੋਂ ਸਮਾਜ ਦੇ ਸਮੁੱਚੇ ਲੋਕਾਂ 'ਤੇ ਨਜ਼ਰ ਮਾਰਦਾ ਹੈ। ਸਮਾਜ ਦੇ ਪੁਰਾਤਨ ਦੌਰ ਨੂੰ ਛੱਡ ਕੇ ਸਮਾਜ ਦੇ ਸਮੁੱਚੇ ਲੋਕਾਂ ਨੂੰ ਵੇਖਦਿਆਂ ਮਾਰਕਸਵਾਦ ਉਜਾਗਰ ਕਰਦਾ ਹੈ ਕਿ ਸਮਾਜ ਅੰਦਰ ਲੋਕਾਂ ਦੇ ਵੱਖਰੋ ਵੱਖਰੇ ਧੜੇ ਹਨ। ਜ਼ਾਹਰ ਹੈ ਕਿ ਇਹਨਾਂ ਵਿੱਚੋਂ ਕੁਝ ਵਿਅਕਤੀਗਤ ਤੌਰ 'ਤੇ ਨਹੀਂ, ਸਗੋਂ ਇਹ ਸ਼੍ਰੇਣੀਆਂ ਜਾਂ ਵਰਗਾਂ ਦੇ ਰੂਪ ਵਿੱਚ ਵੱਖੋ ਵੱਖਰੇ ਤਰੀਕਿਆਂ ਨਾਲ ਇੱਕ ਦੂਜੇ ਦੇ ਭਾਰੂ ਹੁੰਦੇ ਹਨ। ਇਹ ਸ਼੍ਰੇਣੀਆਂ ਕਿਹੜੀਆਂ ਹਨ? ਇੱਥੇ ਇਹ ਸਵਾਲ ਪੈਦਾ ਹੁੰਦਾ ਹੈ। ਸਧਾਰਨ ਰੂਪ ਵਿੱਚ ਇਹ ਉਹ ਲੋਕਾਂ ਦੇ ਧੜੇ ਹਨ ਜੋ ਜੀਵਨ ਨਿਰਵਾਹ ਲਈ ਵੱਖੋ ਵੱਖਰੇ ਰਾਹ ਅਪਣਾਉਂਦੇ ਹਨ। ਜਗੀਰਦਾਰੀ ਸਮਾਜ ਵਿੱਚ ਰਜਵਾੜਾ ਸ਼ਾਹੀ ਦੇ ਨਿਰਵਾਹ ਲਈ ਉਹਨਾਂ ਗੁਲਾਮਾਂ ਜਾਂ ਕਾਮਿਆਂ ਤੋਂ ਅਨਾਜ ਜਾਂ ਉਹਨਾਂ ਵੱਲੋਂ ਬਣਾਈਆਂ ਵਸਤਾਂ ਦੇ ਰੂਪ ਵਿੱਚ ਨਜ਼ਰਾਨੇ ਲਏ ਜਾਂਦੇ ਸਨ। ਜਗੀਰਦਾਰੀ ਉਤਪਾਦਕ ਦੇ ਤੌਰ 'ਤੇ ਪੈਦਾਵਾਰ ਕਰਦੇ ਸਨ। ਇਹ ਉਹਨਾਂ ਹਿੱਤਾਂ ਵਾਲੀ ਸ਼੍ਰੇਣੀ ਸੀ ਜਿਹੜੀ ਆਪਣੇ ਗੁਲਾਮਾਂ ਦੀ ਕਿਰਤ ਕਮਾਈ ਦਾ ਵੱਧ ਤੋਂ ਵੱਧ ਹਿੱਸਾ ਹਥਿਆਉਣ ਦੀ ਤਾਕ ਵਿੱਚ ਹਮੇਸ਼ਾ ਰਹਿੰਦੀ। ਆਪਣੇ ਅਧੀਨ ਗੁਲਾਮਾਂ ਦੀ ਗਿਣਤੀ ਵਿੱਚ ਵਾਧਾ ਕਰਨ ਅਤੇ ਜ਼ਮੀਨ ਦੀ ਮਾਲਕੀ ਵਧਾਉਣ ਲਈ ਵੀ ਇਹ ਤਤਪਰ ਰਹਿੰਦੀ। ਦੂਸਰੇ ਪਾਸੇ ਗੁਲਾਮ ਇੱਕ ਅਜਿਹੀ ਸ਼੍ਰੇਣੀ ਸੀ ਜਿਸ ਦੇ ਆਪਣੇ ਹਿੱਤ ਹੁੰਦੇ ਸਨ। ਉਹ ਹਮੇਸ਼ਾ ਹੀ ਚਾਹੁੰਦੇ ਕਿ ਮਾਲਕਾਂ ਦੇ ਹਵਾਲੇ ਕਰਨ ਦੀ ਥਾਂ ਆਪਣੀ ਕਿਰਤ ਕਮਾਈ ਦਾ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਆਪਣੇ ਪਰਿਵਾਰਾਂ ਲਈ ਰੱਖਣ। ਇਸ ਲਈ ਕਾਮੇ ਜਾਂ ਗੁਲਾਮ ਆਪਣੀ ਮਿਹਨਤ ਦੀ ਆਜ਼ਾਦੀ ਚਾਹੁੰਦੇ ਅਤੇ ਹੁਕਮ ਕਰਨ ਵਾਲੇ
ਮਾਲਕਾਂ ਤੇ ਉਹਨਾਂ ਦੇ ਦਮਨਕਾਰੀ ਵਰਤਾਓ ਤੋਂ ਨਿਜਾਤ ਪਾਉਣ ਲਈ ਜਦੋਜਹਿਦ ਕਰਦੇ। ਇਸ ਲਈ ਹਰੇਕ ਜਗੀਰੂ ਦੇਸ਼ ਵਿੱਚ ਗੁਲਾਮ ਤੇ ਮਾਲਕਾਂ ਵਿਚਾਲੇ ਚੱਲਣ ਵਾਲਾ ਇਹ ਸੰਘਰਸ਼ ਨਿਰੰਤਰ ਸੀ। ਜ਼ਿੰਦਗੀ ਨੂੰ ਸੌਖਿਆਂ ਕਰਨ ਤੇ ਹਾਲਾਤਾਂ ਦੀ ਬਿਹਤਰੀ ਲਈ ਇਹ ਸੰਘਰਸ਼ ਭਾਵੇਂ ਵਿਅਕਤੀਗਤ ਪੱਧਰ ਉੱਪਰ ਹੋਵੇ, ਜਾਣੀ ਕਿ ਨਿੱਜੀ ਹੋਵੇ, ਜਿਵੇਂ ਕਿ ਭਾਰਤ ਵਿੱਚ ਕਬੀਰ, ਰਵਿਦਾਸ ਅਤੇ ਨਾਨਕ ਦੀ ਅਗਵਾਈ ਵਿੱਚ 14ਵੀਂ ਅਤੇ 15ਵੀਂ ਸਦੀ ਦੇ ਦੌਰਾਨ ਇਹ ਸੰਘਰਸ਼ ਕੀਤਾ ਗਿਆ। ਬੇਸ਼ੱਕ ਕਿਸੇ ਖਾਸ ਮਾਲਕ ਦੇ ਖਿਲਾਫ ਗੁਲਾਮਾਂ ਦੇ ਸਮੂਹਾਂ ਵੱਲੋਂ ਜਾਂ ਕਦੇ-ਕਦਾਈ ਵੱਡੀ ਗਿਣਤੀ ਵਿੱਚ ਗੁਲਾਮਾਂ ਦੁਆਰਾ ਵਿਆਪਕ ਪੱਧਰ 'ਤੇ ਉਠਾਈ ਗਈ ਆਵਾਜ਼ ਹੋਵੇ। ਇੰਗਲੈਂਡ ਵਿੱਚ ਜੌਨ ਬਾਲ ਤੇ ਬਾਟ ਟੇਲਰ ਦੀ ਅਗਵਾਈ ਵਿੱਚ ਸੰਨ 1381 ਦਾ ਵਿਦਰੋਹ ਇਸ ਦੀ ਮਿਸਾਲ ਹੈ। ਭੂਮੀ ਮਾਲਕਾਂ ਦੀ ਕਬਜ਼ੇ ਹੇਠ ਜ਼ਮੀਨ 'ਤੇ ਕੰਮ ਕਰਨ ਵਾਲਿਆਂ ਨੂੰ ਨਜ਼ਰਾਨਾ ਕਈ ਰੂਪਾਂ ਵਿੱਚ ਅਦਾ ਕਰਨਾ ਪੈਂਦਾ ਸੀ। ਖੁਦ ਦੀ ਪੈਦਾਵਾਰ ਦੇ ਹਿੱਸੇ ਨਾਲ ਗੁਲਾਮਾਂ ਅਤੇ ਬਗਾਰੀ ਮਜ਼ਦੂਰਾਂ ਜਿਹੜੇ ਬਗੈਰ ਤਨਖਾਹ ਤੋਂ ਕੰਮ ਕਰਦੇ ਸਨ, ਉਹਨਾਂ ਦੇ ਪਰਿਵਾਰਾਂ ਦੁਆਰਾ ਹੱਥੀਂ ਤਿਆਰ ਵਸਤਾਂ ਵੀ ਮਾਲਕਾਂ ਦੀ ਝੋਲੀ ਪੈ ਜਾਂਦੀਆਂ ਸਨ। ਇਸ ਵੇਲੇ ਕਈ ਮੁਹਾਰਤੀ ਕਾਰੀਗਰ ਵੀ ਸਨ ਜਿਹੜੇ ਕਈ ਪ੍ਰਕਾਰ ਦੀਆਂ ਵਸਤਾਂ ਬਣਾਉਂਦੇ ਸਨ, ਜਿਨ੍ਹਾਂ ਵਿੱਚ ਉਦਾਹਰਣ ਵਜੋਂ ਹਥਿਆਰ ਤੇ ਹੋਰ ਸਾਜੋ ਸਮਾਨ ਤਿਆਰ ਕਰਨ ਵਾਲੇ ਗਿਣੇ ਜਾ ਸਕਦੇ ਸਨ। ਇਸ ਤਰ੍ਹਾਂ ਕਈ ਵਪਾਰੀ ਲੋਕ ਵੀ ਸਨ ਜਿਹੜੇ ਵਾਧੂ ਤਿਆਰ ਮਾਲ ਨੂੰ ਲਿਜਾ ਕੇ ਹੋਰ ਖੇਤਰਾਂ ਤੇ ਦੇਸ਼ਾਂ ਦੀ ਤਿਆਰ ਵਸਤਾਂ ਬਦਲੇ ਵਟਾਂਦਰਾ ਕਰਕੇ ਵਪਾਰ ਕਰਦੇ ਸਨ। ਇਸ ਤਰ੍ਹਾਂ ਵਪਾਰਕ ਗਤੀਵਿਧੀਆਂ ਦੇ ਵਾਧੇ ਨਾਲ ਵਪਾਰੀਆਂ ਨੂੰ ਗੁਲਾਮ ਕਾਰੀਗਰਾਂ ਦੁਆਰਾ ਤਿਆਰ ਕੀਤੇ ਹੋਏ ਮਾਲ ਨਾਲੋਂ ਵਧੇਰੇ ਹੋਰ ਮਾਲ ਦੀ ਜ਼ਰੂਰਤ ਪੈਂਦੀ। ਇਸ ਢੰਗ ਨਾਲ ਬਾਜ਼ਾਰ ਲਈ ਸੰਗਠਿਤ ਪੈਦਾਵਾਰ ਦਾ ਮੁੱਢ ਵੱਜਣ ਲੱਗਾ ਤੇ ਵਪਾਰੀ ਵਰਗ ਗੁਲਾਮਾਂ ਤੇ ਕਿਸਾਨਾਂ ਨੂੰ ਕੱਚਾ ਮਾਲ ਮੁਹੱਈਆ ਕਰਵਾਉਂਦਾ ਅਤੇ ਫਿਰ ਉਸ ਤੋਂ ਤਿਆਰ ਮਾਲ ਦੀ ਖਰੀਦ ਕਰ ਲੈਂਦਾ। ਮਾਲਕਾਂ ਦੇ ਬੰਧਨ ਤੋਂ ਮੁਕਤ ਹੋਏ ਕੁਝ ਗੁਲਾਮ ਆਪਣੇ ਆਪ ਨੂੰ ਕਸਬਿਆਂ ਵਿੱਚ ਦਸਤਕਾਰਾਂ ਵਜੋਂ ਸਥਾਪਿਤ ਕਰਨ ਵਿੱਚ ਸਫਲ ਹੋ ਗਏ, ਜੋ ਕੱਪੜਾ, ਧਾਤਾਂ ਦਾ ਸਮਾਨ ਤੇ ਹੋਰ ਚੀਜ਼ਾਂ ਦਾ ਆਜ਼ਾਦ ਹੋ ਕੇ ਨਿਰਮਾਣ ਕਰਨ ਲੱਗੇ। ਇਸ ਤਰੀਕੇ ਸੈਂਕੜੇ ਸਾਲਾਂ ਵਿੱਚ ਹੌਲੀ-ਹੌਲੀ ਇਸ ਤਰ੍ਹਾਂ ਦਾ ਸਮਾਜਿਕ ਵਿਕਾਸ ਹੋਇਆ। ਜ਼ਗੀਰਦਾਰੀ ਪ੍ਰਬੰਧ ਦੇ ਪੈਦਾਵਾਰੀ ਤਰੀਕੇ ਵਿੱਚੋਂ ਹੀ ਆਜ਼ਾਦ ਸ਼ਿਲਪਕਾਰ ਪੈਦਾ ਹੋਏ ਅਤੇ ਉਹਨਾਂ ਨੇ ਦਿਹਾੜੀਦਾਰ ਕਾਮਿਆਂ ਲਈ ਰੁਜ਼ਗਾਰ ਵੀ ਪੈਦਾ ਕੀਤਾ। ਜਿੱਥੇ ਇਹਨਾਂ ਨੇ ਸਥਾਨਕ ਖਾਣ ਹੰਢਾਉਣ ਵਾਲੀਆਂ ਵਸਤਾਂ ਲਈ ਪੈਦਾਵਾਰ ਕੀਤੀ, ਉਸ ਦੇ ਨਾਲ ਇਹਨਾਂ ਨੇ ਬਾਜ਼ਾਰ ਵਾਸਤੇ ਪੈਦਾਵਾਰ ਵੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਸਮਾਂ ਪਾ ਕੇ ਇਹ ਆਜ਼ਾਦ ਕਾਰੀਗਰ ਵਿਕਸਿਤ ਹੋ ਕੇ ਦਿਹਾੜੀਦਾਰਾਂ ਤੇ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੇ ਸਮਰੱਥ ਹੋ ਗਏ। ਇਸ ਤਰ੍ਹਾਂ 16ਵੀਂ ਸਦੀ ਤੋਂ ਅੱਗੇ ਚੱਲ ਕੇ ਉਦਯੋਗਿਕ ਸਰਮਾਏਦਾਰ ਵਰਗ ਹੋਂਦ ਵਿੱਚ ਆਉਂਦਾ ਹੈ, ਜਿਸ ਦੇ ਅਸਰ ਅਧੀਨ ਉਦਯੋਗਿਕ ਕਾਮਿਆਂ ਦੀ ਸ਼੍ਰੇਣੀ ਬਣੀ ਅਤੇ ਦੂਰ ਦਰਾਡੇ ਪੇਂਡੂ ਖੇਤਰਾਂ ਵਿੱਚ ਜ਼ਗੀਰਦਾਰੀ ਦੇ ਬੰਧਨ ਥੱਲੇ ਕੰਮ ਕਰਨ ਦੀ ਪ੍ਰਥਾ ਟੁੱਟਣ ਲੱਗੀ।
ਖੇਰੂ ਖੇਰੂ ਹੋ ਰਹੀ ਜਗੀਰਦਾਰੀ ਦੀ ਵਜ੍ਹਾ ਕਰਕੇ ਗੁਲਾਮੀ ਹੇਠ ਕੰਮ ਕਰਨ ਵਾਲੇ ਕਈ ਲੋਕ ਆਪਣੀ ਮਾਲਕੀ ਵਾਲੀਆਂ ਜ਼ਮੀਨਾਂ ਉੱਪਰ ਕੰਮ ਕਰਨ ਵਾਲੇ ਆਜ਼ਾਦ ਕਿਸਾਨ ਬਣ ਗਏ। ਇਸ ਦੀ ਉਦਾਹਰਣ ਪੰਜਾਬ ਦੇ ਇਤਿਹਾਸ ਵਿੱਚ 18ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚੋਂ ਮਿਲਦੀ ਹੈ, ਜਦੋਂ ਭਾਈ ਬੰਦਾ ਸਿੰਘ ਬਹਾਦਰ ਨੇ ਆਪਣੀ ਜੱਦੋ-ਜਹਿਦ ਦੌਰਾਨ ਪੰਜਾਬ ਦੇ ਜਗੀਰਦਾਰੀ ਪ੍ਰਬੰਧ ਨੂੰ ਸੱਟ ਮਾਰੀ ਅਤੇ ਜਗੀਰਦਾਰੀ ਦੀ ਗੁਲਾਮੀ ਹੇਠ ਕੰਮ ਕਰਨ ਵਾਲੇ ਕਾਸ਼ਤਕਾਰਾਂ ਨੂੰ ਮਾਲਕ ਜਾਣੀ ਕਿਸਾਨ ਬਣਾਉਣ ਦਾ ਉਪਰਾਲਾ ਕੀਤਾ। ਇੱਥੇ ਕਹਿਣਾ ਕੁਥਾ ਨਹੀਂ ਹੋਵੇਗਾ, ਇਸ ਜਗੀਰਦਾਰੀ 'ਚੋਂ ਪੂੰਜੀਵਾਦੀ ਸ਼੍ਰੇਣੀ ਦਾ ਜਨਮ ਭਾਰਤ ਵਿੱਚ ਅੰਗਰੇਜ਼ੀ ਸ਼ਾਸਨ ਦੇ ਪੱਕੇ ਪੈਰੀਂ ਹੋਣ ਉਪਰੰਤ ਹੀ ਹੋਇਆ। ਇਸ ਉਦਾਹਰਣ ਤੋਂ ਪਹਿਲਾਂ ਅਸੀਂ ਇੰਗਲੈਂਡ ਅਤੇ ਯੂਰਪ ਖਿੱਤੇ ਵਿਚਲੇ ਜਗੀਰਦਾਰੀ ਪ੍ਰਬੰਧ ਦੀ ਚਰਚਾ ਕਰ ਰਹੇ ਸਾਂ। ਜ਼ਮੀਨ ਦੇ ਮਾਲਕ ਕਿਸਾਨਾਂ ਨੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਤਨਖਾਹ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤਰ੍ਹਾਂ ਪਹਿਲਾਂ ਪੂੰਜੀਵਾਦੀ ਕਿਸਾਨ ਤੇ ਫਿਰ ਦਿਹਾੜੀਦਾਰ ਖੇਤ ਮਜ਼ਦੂਰ ਹੋਂਦ ਵਿੱਚ ਆਏ। ਮੁਲਕ ਦੇ ਸ਼ਹਿਰਾਂ ਤੇ ਹੋਰ ਹਿੱਸਿਆਂ ਅੰਦਰ ਪੂੰਜੀਵਾਦੀ ਜਾਣੀ ਸਰਮਾਏਦਾਰ ਸ਼੍ਰੇਣੀ ਦੇ ਵਿਕਸਿਤ ਹੋਣ ਨਾਲ ਇਸ ਤੋਂ ਪਹਿਲਾਂ ਰਾਜ ਕਰ ਰਹੇ ਜਗੀਰੂ ਮਾਲਕ ਤੇ ਵਰਗ ਦਾ ਆਪਣੇ ਆਪ ਖਾਤਮਾ ਨਹੀਂ ਹੋਇਆ। ਐਨ ਬਿਲਕੁਲ ਇਸ ਦੇ ਉਲਟ ਰਜਵਾੜਾ ਸ਼ਾਹੀ ਤੇ ਅਮੀਰ ਵਰਗ ਨੇ ਉੱਠ ਰਹੀ ਨਵੀਂ ਸਰਮਾਏਦਾਰੀ ਸ਼੍ਰੇਣੀ ਨੂੰ ਆਪਣੇ ਹਿੱਤਾਂ ਖਾਤਰ ਵਰਤਣ ਲਈ ਪੂਰਾ ਤਾਣ ਲਾਈ ਰੱਖਿਆ। ਰਜਵਾੜਾ ਸ਼ਾਹੀ ਅਤੇ ਜਗੀਰਦਾਰੀ ਅਮੀਰ ਵਰਗ ਨੇ ਨਵੀਂ ਉੱਠ ਰਹੀ ਸਰਮਾਏਦਾਰ ਸ਼੍ਰੇਣੀ ਨੂੰ ਵਧਣ ਫੁੱਲਣ ਤੋਂ ਰੋਕਣ ਲਈ ਹਰ ਪ੍ਰਕਾਰ ਦੇ ਟੈਕਸ ਲਾਏ ਅਤੇ ਪਾਬੰਦੀਆਂ ਥੋਪੀਆਂ, ਕਿਉਂਕਿ ਰਾਜਾ ਅਤੇ ਜਗੀਰਦਾਰੀ ਅਮੀਰ ਵਰਗ ਇਹ ਸਾਰਾ ਕੁਝ ਕਰਨ ਦੇ ਸਮਰੱਥ ਸੀ, ਕਿਉਂਕਿ ਰਾਜ ਮਸ਼ੀਨਰੀ, ਹਥਿਆਰਬੰਦ ਫੌਜ, ਜੇਲਾਂ ਅਤੇ ਕਾਨੂੰਨ ਸਭ ਉਹਨਾਂ ਦੇ ਹੁਕਮ ਥੱਲੇ ਕੰਮ ਕਰਦੇ ਸਨ। ਸਰਮਾਏਦਾਰੀ ਨੂੰ ਆਪਣੇ ਜਨਮ ਦੌਰਾਨ ਰਜਵਾੜਿਆਂ ਅਤੇ ਜਗੀਰੂ ਮਾਲਕਾਂ ਦੇ ਖਿਲਾਫ ਘੋਲ ਵਿੱਚ ਉਤਰਨਾ ਪਿਆ। ਇਹਨਾਂ ਕਰਕੇ ਸਰਮਾਏਦਾਰੀ ਵਰਗ ਦਾ ਸ਼੍ਰੇਣੀ ਸੰਘਰਸ਼ ਇਹਨਾਂ ਅੜਚਨਾਂ ਨੂੰ ਤੋੜਦਾ ਹੋਇਆ ਨਵੇਂ ਰੂਪ ਦੇ ਵਿਕਾਸ ਦਾ ਜ਼ਰੀਆ ਬਣਿਆ। ਸਰਮਾਏਦਾਰੀ ਦਾ ਇਹ ਸ਼੍ਰੇਣੀ ਸੰਘਰਸ਼ ਇੰਗਲੈਂਡ ਅਤੇ ਹੋਰ ਯੂਰਪੀਅਨ ਦੇਸ਼ਾਂ ਵਿੱਚ ਜਿੱਥੇ ਇਹ ਮੁਕੰਮਲ ਹੋ ਗਿਆ, ਪਰ ਹੋਰ ਦੇਸ਼ਾਂ ਦੇ ਮੁਕਾਬਲੇ ਇੰਗਲੈਂਡ ਵਿੱਚ ਸ਼੍ਰੇਣੀ ਘੋਲ ਦਾ ਪੜਾਅ ਪਹਿਲਾਂ ਆਇਆ, ਜਿੱਥੇ ਵੱਧ ਫੁੱਲ ਰਹੀ ਪੂੰਜੀਵਾਦੀ ਸ਼੍ਰੇਣੀ ਦਾ ਵਾਧੂ ਟੈਕਸਾਂ ਤੇ ਹੋਰ ਬੰਦਸ਼ਾਂ ਖਿਲਾਫ ਸੰਘਰਸ਼ 17ਵੀਂ ਸਦੀ ਦੇ ਮੱਧ ਤੱਕ ਹੀ ਪੂਰੇ ਸਿਖਰ ਉੱਪਰ ਪਹੁੰਚ ਗਿਆ ਸੀ। ਉੱਪਰਲੀ ਵਿਚਾਰ ਚਰਚਾ ਦਾ ਕੁੱਲ ਸਿੱਟਾ ਇਹ ਨਿਕਲਦਾ ਹੈ ਕਿ ਇਹ ਸਾਰੀਆਂ ਅੜਚਨਾਂ ਅਤੇ ਬੰਦਸ਼ਾਂ ਸਰਮਾਏ ਦੇ ਰੂਪ ਵਿੱਚ ਹੋਣ ਵਾਲੀ ਪੈਦਾਵਾਰ ਦੇ ਵਿਸਥਾਰ ਨੂੰ ਪਿੱਛੇ ਪਾ ਰਹੀਆਂ ਸਨ। ਇਹਨਾਂ ਬੰਦਸ਼ਾਂ ਤੋਂ ਨਿਜਾਤ ਪਾਉਣ ਖਾਤਰ ਸਰਮਾਏਦਾਰਾਂ ਨੇ ਸ਼ਾਂਤਮਈ ਤਰੀਕਿਆਂ ਦਾ ਸਹਾਰਾ ਲੈਂਦਿਆਂ ਰਾਜੇ ਅੱਗੇ ਅਰਜ਼ੀਆਂ ਦਿੱਤੀਆਂ ਕਿ ਉਹਨਾਂ ਦੇ ਟੈਕਸ ਰੱਦ ਕੀਤੇ ਜਾਣ, ਪਰ ਰਾਜ ਮਸ਼ੀਨਰੀ ਨੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਹਾਲਤ ਵਿੱਚ ਪੂੰਜੀਵਾਦੀਆਂ ਨੂੰ ਤਾਕਤ ਦਾ ਸਾਹਮਣਾ ਤਾਕਤ ਨਾਲ ਹੀ ਕਰਨਾ ਪੈਣਾ ਸੀ। ਸਰਮਾਏਦਾਰਾਂ ਨੂੰ ਆਪਣੀ ਤਾਕਤ ਇਕੱਠੀ ਕਰਨ ਵਾਸਤੇ ਅਤੇ ਰਾਜੇ ਦੇ ਖਿਲਾਫ ਲੋਕਾਂ ਨੂੰ ਜਗਾਉਣਾ ਜ਼ਰੂਰੀ ਹੋ ਗਿਆ। ਜੇਕਰ ਦੂਜੇ ਸ਼ਬਦਾਂ ਵਿੱਚ ਕਿਹਾ ਜਾਵੇ, ਸਰਮਾਏਦਾਰਾਂ ਨੂੰ ਹਥਿਆਰਬੰਦ ਕ੍ਰਾਂਤੀ ਕਰਨੀ ਪੈਣੀ ਸੀ ਤਾਂ ਜੋ ਰਜਵਾੜਾ ਸ਼ਾਹੀ ਦੇ ਦਮਨ ਕਰਨ ਦੇ ਪੁਰਾਣੇ ਸਾਧਨਾਂ ਅਤੇ ਪੁਰਾਣੇ ਨਿਜ਼ਾਮ ਨੂੰ ਹਥਿਆਰਬੰਦ ਕ੍ਰਾਂਤੀ ਦੇ ਜ਼ਰੀਏ
ਹਰਾਇਆ ਜਾ ਸਕੇ। ਸਰਮਾਏਦਾਰ ਵਰਗ ਦਾ ਵਿਕਾਸ ਤਾਂ ਹੀ ਸੰਭਵ ਹੋ ਸਕਦਾ ਸੀ ਜੇਕਰ ਸਰਮਾਏਦਾਰ ਵਰਗ ਰਾਜ ਕਰਨ ਵਾਲੀ ਜਮਾਤ ਬਣਦੀ। ਤਾਂ ਹੀ ਸਰਮਾਏਦਾਰੀ ਦੇ ਵਿਕਾਸ ਵਿੱਚ ਆਉਣ ਵਾਲੇ ਅੜਿੱਕੇ ਢਾਹ ਕੇ ਅਤੇ ਜ਼ਰੂਰਤ ਅਨੁਸਾਰ ਨਿਯਮ ਘੜੇ ਜਾ ਸਕਦੇ ਸਨ। ਇਹ ਤੱਥ ਹੱਥ ਕੰਗਣ ਨੂੰ ਆਰਸੀ ਕੀ ਦੇ ਮੁਹਾਵਰੇ ਵਾਂਗ ਸੱਚ ਹੈ। ਅਜਿਹੇ ਕ੍ਰਾਂਤੀਕਾਰੀ ਦੌਰ ਬਾਰੇ ਜਿਵੇਂ ਕਿ ਮਾਰਕਸ ਰਾਜਨੀਤਕ ਆਰਥਿਕਤਾ ਦੀ ਆਲੋਚਨਾ ਵਿੱਚ ਆਖਦਾ ਹੈ ਕਿ ਜਿਵੇਂ ਅਸੀਂ ਕਿਸੇ ਵੀ ਵਿਅਕਤੀ ਦੇ ਆਪਣੇ ਆਪ ਬਾਰੇ ਪ੍ਰਗਟ ਕੀਤੇ ਖਿਆਲਾਂ ਤੋਂ ਉਸਦਾ ਸਹੀ ਪਤਾ ਨਹੀਂ ਲਗਾ ਸਕਦੇ, ਇਸੇ ਤਰ੍ਹਾਂ ਹੀ ਅਜਿਹੇ ਕ੍ਰਾਂਤੀਕਾਰੀ ਦੌਰ ਬਾਰੇ ਇਸ ਦੀ ਆਪਣੇ ਆਪ ਬਾਰੇ ਬਣੀ ਚੇਤਨਾ ਤੋਂ ਫੈਸਲਾ ਨਹੀਂ ਕੀਤਾ ਜਾ ਸਕਦਾ। ਅਜਿਹੇ ਕ੍ਰਾਂਤੀਕਾਰੀ ਦੌਰ ਨੂੰ ਸਮਝਣ ਲਈ ਮਹੱਤਵਪੂਰਨ ਹੈ ਕਿ ਕਿਵੇਂ ਪੁਰਾਣੇ ਨਿਜ਼ਾਮ ਤੋਂ ਸ਼ਕਤੀ ਖੋਹਣ ਲਈ ਜਮਾਤੀ ਸੰਘਰਸ਼, ਭਾਵੇਂ ਇਹ ਸੁਚੇਤ ਰੂਪ ਜਾਂ ਅਚੇਤ ਰੂਪ ਵਿੱਚ ਲੜਿਆ ਗਿਆ ਹੋਵੇ, ਇਹ ਜਾਣਨਾ ਜ਼ਰੂਰੀ ਹੈ। ਨਵੀਂ ਜਮਾਤ ਜਾਂ ਵਰਗ ਦੇ ਆਗੂ ਸੰਘਰਸ਼ ਦੀ ਘੋਸ਼ਣਾ ਜਿਨ੍ਹਾਂ ਵਿਚਾਰਾਂ ਜਾਂ ਮੁੱਦਿਆਂ ਲਈ ਕਰਦੇ ਹਨ ਉਹ ਸਪਸ਼ਟ ਹੋਣ ਅਤੇ ਇਹ ਵਰਗ ਹਿੱਤਾਂ ਦੇ ਸਵਾਲਾਂ ਨਾਲ ਸਿੱਧੇ ਰੂਪ ਵਿੱਚ ਵੀ ਜੁੜੇ ਹੋਣ। ਇਸ ਤਰ੍ਹਾਂ ਮਾਰਕਸਵਾਦ ਹਿੱਤਾਂ ਲਈ ਯਤਨਸ਼ੀਲ ਜਮਾਤਾਂ ਅਤੇ ਆਪਸੀ ਸੰਘਰਸ਼ ਨੂੰ ਇਤਿਹਾਸ ਵਿੱਚ ਮਨੁੱਖੀ ਸਮਾਜ ਦੇ ਵਿਕਾਸ ਲਈ ਮੁੱਖ ਤਾਕਤ ਦੇ ਰੂਪ ਵਜੋਂ ਦੇਖਦਾ ਹੈ। ਦੋਸਤੋ, ਇਸ ਉਮੀਦ ਨਾਲ ਇਸ ਭਾਗ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਇਸ ਤੋਂ ਅਗਲੇ ਭਾਗ ਵਿੱਚ ਮਨੁੱਖੀ ਸਮਾਜ ਦੇ ਵਿਕਾਸ ਨੂੰ ਹੋਰ ਵਿਸਥਾਰ ਵਿੱਚ ਸਮਝਣ ਲਈ ਵਿਚਾਰ ਚਰਚਾ ਕਰਾਂਗੇ।